ਇੰਟਰਪ੍ਰੀਨਿਓਰਸ਼ਿਪ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਇੰਟਰਪ੍ਰੀਨਿਓਰ ਉਹ ਪਰਸਨ ਹੁੰਦੇ ਨੇ ਜਿਹੜੇ ਇਦਾਂ ਹੀ ਸੁਣ ਲਓ। ਇੰਟਰਪ੍ਰੀਨਿਓਰ ਉਹ ਪਰਸਨਸ ਹੋਣਗੇ ਜਿਹੜੇ ਆਪਣੀ ਸਕਿੱਲ ਦੇ ਅਕੋਰਡਿੰਗ ਆਪਣਾ ਪੈਸਾ ਇਨਵੈਸਟ ਕਰਦੇ ਨੇ ਔਰ ਬਿਜ਼ਨਸ ਚਲਾਉਂਦੇ ਹੈਗੇ ਨੇ। ਬਹੁਤ ਸਾਰੇ ਇਦਾਂ ਦੇ ਪਰਸਨਸ ਹੁੰਦੇ ਨੇ ਜਿਨ੍ਹਾਂ ਕੋਲ ਆਪਣੀ ਸਕਿੱਲਸ ਹੁੰਦੀਆਂ ਨੇ, ਪੈਸਾ ਲਗਾ ਕੇ ਬਿਜ਼ਨਸ ਸਟਾਰਟ ਕਰ ਲੈਂਦੇ ਹੈਗੇ ਨੇ। ਕਈ ਵਾਰ ਇਦਾਂ ਦੀ ਕੰਡੀਸ਼ਨਸ ਆ ਜਾਂਦੀਆਂ ਨੇ ਵੀ ਪੈਸਾ ਬਹੁਤ ਘੱਟ ਹੁੰਦਾ ਲੇਕਿਨ ਉਹਨਾਂ ਨੇ ਸਕਿੱਲਸ ਇੰਨੀ ਹੁੰਦੀਆਂ ਨੇ ਆਪਣੇ ਘੱਟ ਪੈਸੇ ਨਾਲ ਹੀ ਬਿਜ਼ਨਸ ਲਾ ਕੇ ਅੱਗੇ ਐਕਸਪੈਂਡ ਕਰ ਲੈਂਦੇ ਨੇ। ਇਦਾਂ ਦੇ ਪਰਸਨਸ ਇੰਟਰਪ੍ਰੀਨਿਓਰ ਕਹਿੰਦੇ, ਕਿਉਂਕਿ ਬਿਜ਼ਨਸ ਤਾਂ ਬਹੁਤ ਸਾਰੇ ਪਰਸਨ ਚਲਾ ਲੈਂਦੇ ਨੇ ਲੇਕਿਨ ਕੁਝ ਪਰਸਨ ਜਿਹੜੇ ਆਪਣੀ ਸਕਿੱਲਸ ਦੇ ਅਕੋਰਡਿੰਗ ਬਿਜ਼ਨਸ ਚਲਾਉਂਦੇ ਉਹਨਾਂ ਨੂੰ ਇੰਟਰਪ੍ਰੀਨਿਓਰ ਕਹਾਂਗੇ। ਇਹਦੇ ਵਿੱਚ ਆਉਂਦਾ ਇੰਟਰਪ੍ਰੀਨਿਓਰਸ਼ਿਪ ਦਾ ਪ੍ਰੋਸੈਸ ਹੁੰਦਾ ਕ੍ਰੀਏਟਿੰਗ ਸਮਥਿੰਗ ਨਿਊ, ਕੁਛ ਨया करना। लिखा है विद द वैल्यू डिवॉल्विंग द नेसेसरी टाइम एंड एफर्ट, assuming the accompanying financial, physical and social risk, receiving the result reward for monetary personal satisfaction and independence। ਤੁਸੀਂ ਆਪਣੀ ਪਰਸਨਲ ਇੰਡੀਪੈਂਡੈਂਸ ਦੇ ਨਾਲ ਸਭ ਨੂੰ ਸੈਟੀਸਫੈਕਟਰੀ ਰਿਜ਼ਲਟ ਦਿੰਦੇ ਹੋਏ ਫਾਈਨੈਂਸ਼ੀਅਲ ਬੇਸ ਤੇ ਵੀ ਨਿਕਲ ਕੇ ਆ ਜਾਂਦੇ ਹੋ, ਪਰਸਨਲ ਬੇਸ ਤੇ ਵੀ, ਸੋਸ਼ਲ ਬੇਸ ਤੇ ਵੀ ਅੱਗੇ ਨਿਕਲ ਕੇ ਆਉਂਦੇ ਹੋ ਔਰ ਬਿਜ਼ਨਸ ਸਟਾਰਟ ਕਰ ਲੈਂਦੇ ਹੋ। ਇਦਾਂ ਦੀ ਪ੍ਰੋਸੈਸ ਨੂੰ ਅਸੀਂ ਕਹਿੰਦੇ ਹਾਂ ਇੰਟਰਪ੍ਰੀਨਿਓਰਸ਼ਿਪ ਦਾ ਮਤਲਬ ਹੁੰਦਾ ਹੈ ਕੁਝ ਨया ਬਿਜ਼ਨਸ ਕਰਨਾ। ਮੋਸਟਲੀ ਮਿਲਦਾ ਜੁਲਦਾ ਬਿਜ਼ਨਸ ਸਾਰੇ ਸਟਾਰਟ ਕਰ ਲੈਂਦੇ ਜਦੋਂ ਆਪਣੀ ਸਕਿੱਲ ਦੇ ਨਾਲ ਕੋਈ ਨਵਾਂ ਬਿਜ਼ਨਸ ਸਟਾਰਟ ਹੁੰਦਾ ਉਹਨੂੰ ਇੰਟਰਪ੍ਰੀਨਿਓਰਸ਼ਿਪ ਹੀ ਕਹਿੰਦੇ ਨੇ। ਗਵਰਨਮੈਂਟ ਵੀ ਕਈ ਵਾਰ ਤੁਸੀਂ ਆਪਣੀ ਮੰਨ ਲਓ ਤੁਹਾਨੂੰ ਲੱਗਦਾ ਥੋੜੀ ਸਕਿੱਲਸ ਹੈਗੀਆਂ ਨੇ, ਬਿਜ਼ਨਸ ਨਹੀਂ ਵੀ ਸਟਾਰਟ ਕਰ ਪਾ ਰਹੇ ਹੈਗੇ, ਨਵਾਂ ਜਾ ਕੇ ਗਵਰਨਮੈਂਟ ਨੂੰ ਦੱਸੋਗੇ ਅਸੀਂ ਕੁਝ ਨਵਾਂ ਕਰਨਾ ਹੈਗਾ ਜਾਂ ਕਿਸੇ ਡਿਪਾਰਟਮੈਂਟ ਨੂੰ ਜਾ ਕੇ ਤਾਂ ਤੁਹਾਨੂੰ ਫੈਸਿਲਿਟੀਜ਼ ਮਿਲ ਜਾਂਦੀਆਂ ਬਿਜ਼ਨਸ ਸਟਾਰਟ ਕਰਨ ਲਈ। ਇੰਟਰਪ੍ਰੀਨਿਓਰਸ਼ਿਪ ਦੇ ਫਾਇਦੇ ਕੀ ਹੁੰਦੇ ਨੇ? ਸਭ ਤੋਂ ਪਹਿਲਾ ਫਾਇਦਾ ਹੈਗਾ ਕ੍ਰੀਏਟ ਵੈਲਥ ਫॉर ਨੇਸ਼ਨ ਐਂਡ ਇੰਡੀਵਿਜੂਅਲ ਐਜ਼ ਵੈਲਸ। ਨੇਸ਼ਨ ਲਈ ਵੀ ਪੈਸਾ ਬਣਦਾ ਹੈ ਪਲੱਸ ਇੰਡੀਵਿਜੂਅਲ ਲਈ ਵੀ। ਇੰਡੀਵਿਜੂਅਲ ਮੀਨਸ ਜਿਹੜੇ ਪਰਸਨ ਬਿਜ਼ਨਸ ਸਟਾਰਟ ਕਰ ਰਹੇ ਉਹਨਾਂ ਨੂੰ ਵੀ ਇਨਕਮ ਜਨਰੇਟ ਹੋ ਜਾਣੀ ਹੈ, ਜਿੰਨੇ ਲੋਕ ਉਹਨਾਂ ਨਾਲ ਜੁੜਨਗੇ ਬਿਜ਼ਨਸ ਦੇ ਵਿੱਚ ਉਹਨਾਂ ਨੂੰ ਵੀ ਇਨਕਮ ਜਨਰੇਟ ਹੋ ਜਾਣੀ ਹੈ, ਮੀਨਸ ਇੰਪਲੋਇਮੈਂਟ ਜਨਰੇਟ ਹੋ ਜਾਂਦੀ ਹੈ। ਦੂਸਰਾ ਪ੍ਰੋਵਾਈਡ ਇੰਪਲੋਇਮੈਂਟ ਟੂ ਦੀ ਹਿਊਜ ਮਾਸ ਆਫ ਪੀਪਲਸ। ਜਦੋਂ ਤੁਸੀਂ ਕੋਈ ਬਿਜ਼ਨਸ ਸਟਾਰਟ ਕਰੋਗੇ ਤਾਂ ਹੈ ਨਹੀਂ ਵੀ ਇੱਕ ਅੱਧੇ ਪਰਸਨ ਨਾਲ ਬਿਜ਼ਨਸ ਕੰਪਨੀ ਰੱਖੋਗੇ, ਕਾਫੀ ਜ਼ਿਆਦਾ ਪਰਸਨਸ ਨੂੰ ਆਪਣੀ ਕੰਪਨੀ 'ਚ ਰੱਖਦੇ ਹੈਗੇ ਹੋ ਤਾਂ ਤੁਹਾਨੂੰ ਉਹਦਾ ਮੀਨਸ ਗਵਰਨਮੈਂਟ ਨੂੰ ਉਹਦਾ ਫਾਇਦਾ ਜ਼ਿਆਦਾ ਹੋ ਜਾਂਦਾ ਹੈ। ਕੰਟਰੀਬਿਊਟਡ ਟੁਵਾਰਡਸ ਰਿਸਰਚ ਐਂਡ ਡਿਵੈਲਪਮੈਂਟ ਸਿਸਟਮ, R&D ਡਿਪਾਰਟਮੈਂਟ ਦੇ ਵੀ ਜ਼ਿਆਦਾ ਫਾਇਦਾ ਹੋ ਜਾਂਦਾ, ਮੀਨਸ ਕੰਟਰੀਬਿਊਸ਼ਨ ਹੋ ਜਾਂਦਾ ਕਿਉਂਕਿ ਤੁਹਾਡੀ ਟੈਕਨੀਕ ਵੀ ਗਵਰਨਮੈਂਟ ਦੀ ਨਿਗਾਹ ਦੇ ਵਿੱਚ ਆ ਜਾਂਦੀ ਹੈ। इट इज ए चैलेंजिंग अपॉर्चुनिटी फॉर पीपल। जब भी इंटरप्रेन्योरशिप की बात करेंगे चैलेंजिंग अपॉर्चुनिटी है, मींस हर एक बंदा इंटरप्रेन्योर बन जाएगा पॉसिबिलिटी नहीं है क्योंकि इसमें चैलेंज काफी ज्यादा आते हैं क्योंकि हर एक बंदे के पास प्रॉपर स्किल्स नहीं होंगी। जैसे सबको मोदी नहीं बन पाएंगे, किसी के पास मोदी की स्किल्स होती हैं वो मोदी ऐसे नहीं बन पाएगा। ये चैलेंजिंग अपॉर्चुनिटी है ना। इट प्रोवाइड सेल्फ सफिशिएंसी। जब भी इंटरप्रेन्योरशिप होगी सेल्फ सफिशिएंसी ज्यादा होती है, मींस इंटरप्रेन्योरशिप प्रोवाइड सेल्फ सफिशिएंसी मींस आपस ਜਿਹੜੀ ਤੁਹਾਨੂੰ ਸੰਤੁਸ਼ਟੀ ਹੁੰਦੀ ਹੈ ਉਹ ਮਿਲ ਜਾਂਦੀ ਹੈ ਇੰਟਰਪ੍ਰੀਨਿਓਰਸ਼ਿਪ ਤੇ, ਕਿਉਂਕਿ ਜਦੋਂ ਬੰਦਾ ਆਪਣਾ ਬਿਜ਼ਨਸ ਖੁਦ ਸਟਾਰਟ ਕਰਦਾ ਹੈ ਤਾਂ ਉਹਨੂੰ ਸੈਲਫ ਸੈਟੀਸਫੈਕਸ਼ਨ ਜ਼ਿਆਦਾ ਹੁੰਦੀ ਹੈਗੀ ਹੈ। ਫਿਰ ਉਹਨੂੰ ਇਹ ਹੁੰਦਾ ਹੈ ਕਿ ਜੋ ਮੈਂ ਕਰ ਰਿਹਾ ਬਿਲਕੁਲ ਸਹੀ ਕਰ ਰਿਹਾ। ਸਕਾਈ ਸਕ੍ਰੈਪਿੰਗ ਹਾਈਟ ਆਫ ਅਪਾਰਟਮੈਂਟ ਪ੍ਰੋਸਪੈਕਟ। ਜਦੋਂ ਵੀ ਅਸੀਂ ਗੱਲ ਕਰ ਸਕਦੇ ਮੀਨਸ ਅਸੀਂ ਹਮੇਸ਼ਾ ਮੈਕਸਿਮਮ ਗਰੋਥ ਬਾਰੇ ਸੋਚ ਕੇ ਲਗਾਇਆ ਹੁੰਦਾ ਬਿਜ਼ਨਸ। ਹਮੇਸ਼ਾ ਇਹ ਬਿਜ਼ਨਸ ਸਟੈਂਡ ਹੀ ਹੁੰਦੇ ਇਸ ਲਈ ਨੇ ਕਿਉਂਕਿ ਗਰੋਥ ਬਹੁਤ ਜਲਦੀ ਹੁੰਦੀ ਹੈ, ਕਿਉਂਕਿ ਸਾਡੀ ਟੈਕਨੋਲੋਜੀ ਇੰਨੀ ਹੁੰਦੀ ਹੈ, ਨਿਊ ਸਕਿੱਲਸ ਹੁੰਦੀਆਂ ਨੇ, ਨਿਊ ਸਕਿੱਲ ਦੇ ਅਕੋਰਡਿੰਗ ਅਸੀਂ ਜ਼ਿਆਦਾ ਕਮਾਉਣ ਦੀ ਕੋਸ਼ਿਸ਼ ਕਰਦੇ ਹਾਂ। ਉਹਦਾ ਫਾਇਦਾ ਕੀ ਹੁੰਦਾ, GDP ਜ਼ਿਆਦਾ ਹੋ ਜਾਂਦੀ ਹੈ, ਨੈਸ਼ਨਲ ਇਨਕਮ ਗਵਰਨਮੈਂਟ ਨੂੰ ਵੀ ਜ਼ਿਆਦਾ ਹੋ ਜਾਂਦੀ ਹੈ, ਤਾਂ ਇੰਟਰਪ੍ਰੀਨਿਓਰਸ਼ਿਪ ਦੇ ਇਹ ਫਾਇਦੇ ਹੋਣਗੇ। ਫਿਰ ਉਸ ਤੋਂ ਬਾਅਦ ਕਹਿੰਦਾ ਇੰਟਰਪ੍ਰੀਨਿਓਰ ਔਰ ਇੰਟਰਾਪ੍ਰੀਨਿਓਰਸ਼ਿਪ। ਅਸੀਂ ਦੋਨੋਂ ਦੀ ਗੱਲ ਪਹਿਲਾਂ ਹੀ ਕਰ ਚੁੱਕੇ ਹਾਂ। ਇੰਟਰਪ੍ਰੀਨਿਓਰ ਤਾਂ ਇੱਕ ਪਰਸਨ ਹੋਊਗਾ ਜਿਹੜਾ ਆਪਣੀ ਸਕਿੱਲ ਦੇ ਨਾਲ ਬਿਜ਼ਨਸ ਸਟਾਰਟ ਕਰਦਾ ਹੈ। ਇੰਟਰਪ੍ਰੀਨਿਓਰਸ਼ਿਪ ਹੁੰਦੀ ਹੈ ਕੁਝ ਨਵਾਂ ਤੁਸੀਂ ਸਟਾਰਟ ਕਰਨਾ, ਮੀਨਸ ਸਮਥਿੰਗ ਸਟਾਰਟਿੰਗ ਨਿਊ। ਕਰੈਕਟਰਿਸਟਿਕ ਕੀ ਨੇ ਇੰਟਰਪ੍ਰੀਨਿਓਰ ਦੇ? ਇੰਟਰਪ੍ਰੀਨਿਓਰ ਇੱਕ ਸਕਿੱਲਫੁਲ ਪਰਸਨ ਹੁੰਦਾ ਹੈ, ਕੋਈ ਨਾਰਮਲ ਪਰਸਨ ਨਹੀਂ ਹੁੰਦਾ। ਸਕਿੱਲ ਉਹਦੇ ਕੋਲ ਜ਼ਿਆਦਾ ਹੁੰਦੀਆਂ ਨੇ, ਆਪਣੀ ਸਕਿੱਲ ਦੇ ਅਕੋਰਡਿੰਗ ਹੀ ਬਿਜ਼ਨਸ ਸਟਾਰਟ ਕਰਦਾ ਹੈ। ਐਂਡ ਇਨੋਵੇਟਰ, ਹਮੇਸ਼ਾ ਕੁਝ ਇਨਵੈਂਟਰ ਵਾਲਾ ਹੀ ਹੁੰਦਾ, ਮੀਨਸ ਇਨੋਵੇਟਰ ਦਾ ਮਤਲਬ ਹੁੰਦਾ ਕੁਝ ਨਵਾਂ ਕਰਨ ਵਾਲਾ, ਨਵੀਂ ਕਾਢ ਕਰਕੇ ਉਹਨਾਂ ਨਵਾਂ ਕੋਈ ਪ੍ਰੋਡਕਟ ਬਣਾਉਣਾ ਜਾਂ ਨਵੀਂ ਕੋਈ ਟੈਕਨੋਲੋਜੀ ਯੂਜ਼ ਕਰਕੇ ਕੁਝ ਇਦਾਂ ਦੇ ਖੇਤਰ ਦੇ ਵਿੱਚ ਮੀਨਸ ਅੱਗੇ ਨਿਕਲ ਜਾਣਾ ਜਿਹਦੇ ਬਾਰੇ ਕਿਸੇ ਨੇ ਸੋਚਿਆ ਵੀ ਨਹੀਂ ਹੁੰਦਾ। ਪ੍ਰੋਵਾਈਡਿੰਗ ਕੰਪਲੀਟਨੈਸ ਆਫ ਦੀ ਫੈਕਟਰ ਆਫ ਪ੍ਰੋਡਕਸ਼ਨ ਦੇ ਵਿੱਚ ਜਿੰਨੇ ਵੀ ਫੈਕਟਰ ਲੋੜ ਹੁੰਦੇ ਉਹਨਾਂ ਨੂੰ ਸਾਰਿਆਂ ਨੂੰ ਕੰਪਲੀਟ ਕਰਕੇ ਚੱਲਦਾ ਹੈ ਇੰਟਰਪ੍ਰੀਨਿਓਰ। ਉਹ ਕੋਈ ਇੱਕ ਸੈਕਟਰ ਦੇ ਵਿੱਚ ਨਹੀਂ ਸੋਚਦਾ ਕਿਉਂਕਿ ਪ੍ਰੋਡਕਸ਼ਨ ਦੇ ਵਿੱਚ ਸਾਨੂੰ ਕਾਫੀ ਜਗ੍ਹਾ ਸੁਣਨਾ ਪੈਂਦਾ ਹੈ, ਅਸੀਂ ਕੀ ਬਣਾਈਏ, ਕਿਹਦੇ ਲਈ ਬਣਾਈਏ, ਕਿੰਨਾ ਬਣਾਈਏ, ਕਿਵੇਂ ਵੇਚੀਏ, ਸੇਲ ਕਰੀਏ, ਕਿੰਨਾ ਟਾਈਮ ਲੱਗੂਗਾ, ਉਹ ਸਾਰੇ ਫੈਕਟਰਸ ਕੰਪਲੀਟ ਕਰਦਾ ਇੰਟਰਪ੍ਰੀਨਿਓਰ। ਡਿਸੀਜ਼ਨ ਮੇਕਿੰਗ ਪਰਸਨ, ਜਿਹੜਾ ਇੰਟਰਪ੍ਰੀਨਿਓਰ ਹੋਊਗਾ ਉਹ ਡਿਸੀਜ਼ਨ ਮੇਕਿੰਗ ਪਰਸਨ ਹੁੰਦਾ ਹੈ ਕਿਉਂਕਿ ਉਹਨੂੰ ਡਿਸੀਜ਼ਨ ਲੈਣ ਦਾ ਪਤਾ ਹੁੰਦਾ ਕਿਸ ਟਾਈਮ ਤੇ ਕੀ ਡਿਸੀਜ਼ਨ ਲੈਣੇ ਹੈ। ਮੈਨ ਆਫ ਕ੍ਰੀਏਟਿਵ ਪਰਸਨੈਲਿਟੀ, ਇਹ ਪਰਸਨ ਹਮੇਸ਼ਾ ਕ੍ਰੀਏਟਿਵ ਹੋਊਗਾ, ਮਤਲਬ ਕੁਝ ਅਲੱਗ ਤੋਂ ਕਰਨ ਵਾਲਾ ਹੋਊਗਾ। ਉਹਦੀ ਪਰਸਨੈਲਿਟੀ ਤੋਂ ਕਲੀਅਰ ਹੋ ਜਾਂਦਾ ਵੀ ਇਹਨੇ ਕੁਝ ਅਲੱਗ ਤੋਂ ਹੀ ਕਰਕੇ ਦਿਖਾ ਦੇਣਾ। ਬੇਸਿਕ ਪਲਾਨ ਮੇਕਰ, ਹਮੇਸ਼ਾ ਕਿਤੇ ਵੀ ਕੋਈ ਪ੍ਰੋਬਲਮ ਆਉਂਦੀ ਹੈ ਕਈ ਵਾਰ ਇਹਨਾਂ ਵੀ ਡਿਸੀਜ਼ਨ ਲੈਣ ਲਈ ਅਸੀਂ ਗਰੁੱਪ ਆਫ एक्टिविटी करते हैं, बंदे को ला कर करते हैं, लेकिन इंटरप्रेन्योर पर्सन हमेशा प्लान मेकर होता है। एट ए टाइम की प्लान करना है, एक मिनट ਦੇ ਵਿੱਚ प्लान कर ਲੈਂਦੇ हैं। पॉइनर ऑफ इकोनॉमिक डिवेलपमेंट,
ਜਿਹੜੇ ਇੰਟਰਪ੍ਰੀਨਰ ਪਰਸਨਸ ਹੋਣਗੇ ਇਕਨੋਮਿਕ ਡਿਵੈਲਪਮੈਂਟ ਦੇ ਵਿੱਚ ਮੇਨ ਹਿੱਸਾ ਅਦਾ ਕਰਦੇ ਨੇ, ਕਿਉਂਕਿ ਇਹਨਾਂ ਨੇ ਨਵਾਂ ਬਿਜ਼ਨਸ ਸਟਾਰਟ ਕਰਨਾ ਹੁੰਦਾ ਹੈ, ਇੰਪਲੋਇਮੈਂਟ ਵੀ ਜਨਰੇਟ ਹੁੰਦੀ ਹੈ, ਪ੍ਰੋਡਕਸ਼ਨਸ ਵੀ ਹੁੰਦੀ ਹੈ, ਜੀਡੀਪੀ ਲੈਵਲ ਇਨਕਰੀਜ਼ ਹੁੰਦਾ, ਅਸੀਂ ਕਹਿ ਸਕਦੇ ਹਾਂ ਵੀ ਇਕਨੋਮਿਕ ਡਿਵੈਲਪਮੈਂਟ ਹੋ ਜਾਂਦੀ ਹੈ। ਗਵਰਨਮੈਂਟ ਨੂੰ ਵੀ ਇੱਥੋਂ ਇਨਕਮ ਹੁੰਦੀ ਹੈ, ਕਿਉਂਕਿ ਟੈਕਸ ਵਗੈਰਾ ਵੀ ਮਿਲ ਜਾਂਦਾ ਹੈ ਗਵਰਨਮੈਂਟ ਨੂੰ। ਡਾਇਨਾਮਿਕ ਲੀਡਰਸ, ਇਹ ਜਿੰਨੇ ਵੀ ਵਰਕਰਸ ਨਾਲ ਕੰਮ ਕਰ ਰਹੇ ਹੋਣ ਉਹਨਾਂ ਲਈ ਇੱਕ ਲੀਡਰ ਦਾ ਕੰਮ ਕਰਦੇ ਆ, ਉਹਨਾਂ ਨੂੰ ਨਾਲ ਲਿਜਾ ਕੇ ਫਟਾਫਟ ਕੰਮ ਕੰਪਲੀਟ ਕਰਵਾਉਣਾ ਔਰ ਉਹਨਾਂ ਨੂੰ ਇਦਾਂ ਦੀ ਪ੍ਰਮੋਟ ਕਰਨਾ ਜਾਂ ਇਨੋਵੇਟਿਵ ਸਕਿੱਲਸ ਉਹਨਾਂ ਨੂੰ ਸਿਖਾਉਣੀਆਂ ਜਿਸ ਬਿਨਾਂ ਹਰ ਇੱਕ ਬੰਦਾ ਨਾਲ ਜੁੜ ਕੇ ਕੰਮ ਕਰ ਲੈਂਦਾ ਹੈ। ਕ੍ਰੀਏਟਿਵ ਆਫ ਵੈਲਥ, ਹਰ ਇੱਕ ਬੰਦੇ ਲਈ ਵੈਲਥ ਕ੍ਰੀਏਟ ਕਰਦਾ ਹੈ, ਆਪਣੇ ਲਈ ਵੀ, ਜਿੰਨੇ ਪਰਸਨਸ ਨਾਲ ਕੰਮ ਕਰ ਰਹੇ ਹੋਣਗੇ ਉਹਨਾਂ ਲਈ ਵੀ। ਸੈਲਫ ਕੌਨਫੀਡੈਂਟ ਐਂਡ ਐਂਬੀਸ਼ੀਅਸ, ਹਮੇਸ਼ਾ ਸੈਲਫ ਕੌਨਫੀਡੈਂਟ ਹੁੰਦਾ ਹੈ, ਮੀਨਸ ਉਹਨੂੰ ਆਪਣੇ ਉੱਪਰ ਪੂਰਾ ਵਿਸ਼ਵਾਸ ਹੁੰਦਾ ਹੈ, ਜੋ ਵੀ ਉਹ ਕੰਮ ਕਰ ਰਿਹਾ ਬਿਲਕੁਲ ਸਹੀ ਕਰ ਰਹੀ ਹੈ। ਰਿਸਕ ਬੀਅਰਰ, ਰਿਸਕ ਬੀਅਰਰ ਵੀ ਹੁੰਦਾ, ਮੀਨਸ ਇਹਨੂੰ ਕਿਸੇ ਪ੍ਰਕਾਰ ਦਾ ਕੋਈ ਡਰ ਨਹੀਂ ਹੁੰਦਾ ਵੀ ਹਾਂ ਸਾਨੂੰ ਲੋਸ ਹੋਊਗਾ, ਅਸੀਂ ਨਹੀਂ ਸਫਰ ਕਰ ਪਾਵਾਂਗੇ, ਮੀਨਸ ਪਹਿਲਾਂ ਹੀ ਸੋਚ ਕੇ, ਕਿਉਂਕਿ ਜਦੋਂ ਕੋਈ ਬੰਦਾ ਬਿਜ਼ਨਸ ਸਟਾਰਟ ਕਰਦਾ ਹੈ ਉਹਦੇ ਵਿੱਚ ਅਗਰ ਤੁਸੀਂ ਪਹਿਲਾਂ ਰਿਸਕ ਸੋਚੋਗੇ ਵੀ ਸਾਨੂੰ ਲੋਸ ਹੋਊਗਾ ਤਾਂ ਕਦੀ ਬਿਜ਼ਨਸ ਸਟਾਰਟ ਨਹੀਂ ਹੁੰਦਾ। ਜਿਹੜੇ ਇੰਟਰਪ੍ਰੀਨਰ ਪਰਸਨਸ ਹੋਣਗੇ ਉਹਨਾਂ ਨੇ ਬਿਜ਼ਨਸ ਸਟਾਰਟ ਕਰ ਦੇਣਾ ਹੈ, ਅਗਰ ਬਾਈ ਦਾ ਵੀ ਰਿਸਕ ਲੋਸ ਆ ਜਾਵੇ ਤਾਂ ਉਹ ਲੋਸ ਨੂੰ ਸਫਰ ਵੀ ਕਰ ਲੈਂਦੇ ਨੇ। ਐਡਵੈਂਚਰਸ, ਹਮੇਸ਼ਾ ਕੁਝ ਅਲੱਗ ਤੋਂ ਕਰਨ ਵਾਲਾ ਹੀ ਹੁੰਦਾ, ਐਡਵੈਂਚਰ ਦਾ ਮਤਲਬ ਇਹ ਹੁੰਦਾ ਨਾ ਕੁਝ ਅਲੱਗ ਤੋਂ ਫਾਈਂਡ ਕਰਨਾ ਜਾ ਕੇ, ਹਮੇਸ਼ਾ ਅਲੱਗ ਤੋਂ ਫਾਈਂਡ ਕਰਨ ਵਾਲੇ ਪਰਸਨਸ ਹੀ ਹੋਣਗੇ। ਇੰਟਰਪ੍ਰੀਨਿਓਰਸ਼ਿਪ ਨੂੰ ਕਹਿੰਦਾ ਕਿਹੜੀਆਂ ਚੀਜ਼ਾਂ ਜੋ ਹੈ ਪ੍ਰਭਾਵਿਤ ਕਰਦੀਆਂ ਹੈਗੀਆਂ ਨੇ। ਸਭ ਤੋਂ ਪਹਿਲਾਂ ਐਜੂਕੇਸ਼ਨਲ, ਹਮੇਸ਼ਾ ਐਜੂਕੇਸ਼ਨਲ ਬੰਦੇ ਦੀ ਅਗਰ ਬੈਸਟ ਹੋਊਗੀ ਤਾਂ ਇੰਟਰਪ੍ਰੀਨਿਓਰਸ਼ਿਪ ਵੀ ਬੈਸਟ ਹੋਊਗੀ। ਲੀਗਲ, ਗਵਰਨਮੈਂਟ ਦੇ ਰੂਲ ਵੀ ਇੰਟਰਪ੍ਰੀਨਿਓਰਸ਼ਿਪ ਨੂੰ ਪ੍ਰਭਾਵਿਤ ਕਰਦੇ। ਕਈ ਵਾਰ ਕੁਝ ਪਰਸਨਸ ਗਵਰਨਮੈਂਟ ਦੇ ਰੂਲ ਕਰਕੇ ਹੀ ਅੱਗੇ ਨਹੀਂ ਆ ਪਾਉਂਦੇ, ਉਹਨਾਂ ਕੋਲ ਸਕਿੱਲਸ ਹੁੰਦੀਆਂ ਨੇ, ਉਹ ਕਹਿੰਦੇ ਨੇ ਸਾਨੂੰ ਗਵਰਨਮੈਂਟ ਨੇ ਕੋਈ ਫਾਇਦਾ ਨਹੀਂ ਦੇਣਾ। ਇਨਫਰਾਸਟ੍ਰਕਚਰਸ, ਕਈ ਵਾਰ ਰੇਲਸ, ਰੋਡ ਜਾਂ ਫਿਰ ਇਦਾਂ ਦੀ ਹੋਰ ਕੋਈ ਫੈਸਿਲਿਟੀਜ਼ ਜਿੱਥੇ ਕੋਈ ਬਿਜਲੀ ਪਾਣੀ ਪੂਣੀ ਫੈਸਿਲਿਟੀ ਨਹੀਂ ਨੇ, ਕਈ ਵਾਰ ਇੰਟਰਪ੍ਰੀਨਿਓਰਸ਼ਿਪ ਅੱਧੇ ਕਰਕੇ ਵੀ ਫੇਲ ਹੋ ਜਾਂਦੀ ਹੈ। ਕੁਝ ਪਰਸਨਸ ਮੰਨ ਲਓ ਪਿੰਡੂ ਏਰੀਆ ਦੇ ਵਿੱਚ ਜਾਂ ਐਸੇ ਦੇ ਏਰੀਆ ਦੇ ਵਿੱਚ ਵੀ ਹੁੰਦੇ ਨੇ ਜੋ ਬਹੁਤ ਕੁਝ ਅਲੱਗ ਕਰ ਸਕਦੇ ਨੇ, ਲੇਕਿਨ ਉਹ ਫੈਸਿਲਿਟੀਜ਼ ਨਾ ਹੋਣ ਕਰਕੇ ਨਹੀਂ ਕਰ ਪਾਉਂਦੇ। ਇੰਸਟੀਟਿਊਸ਼ਨਲ ਦਾ ਮਤਲਬ ਹੁੰਦਾ ਕਈ ਵਾਰ ਉਹਨਾਂ ਕੋਲ ਸੋਰਸ ਆਫ ਰॉ ਮਟੀਰੀਅਲ ਜਾਂ ਫਿਰ ਮੈਨੂਫੈਕਚਰਿੰਗ ਯੂਨਿਟਸ ਦੀ ਜਗ੍ਹਾ ਇਦਾਂ ਦੀਆਂ ਚੀਜ਼ਾਂ ਨਹੀਂ ਹੁੰਦੀਆਂ ਹੈਗੀਆਂ ਜਿਸ ਬੇਸ ਤੇ ਉਹ ਕੰਮ ਨਹੀਂ ਕਰ ਪਾਉਂਦੇ। ਫਾਈਨਾਂਸ ਤਾਂ ਹਮੇਸ਼ਾ ਹੀ ਇੰਟਰਪ੍ਰੀਨਿਓਰਸ਼ਿਪ ਨਾਲ ਡੀਲ ਕਰਦਾ ਹੈ। ਬਹੁਤ ਸਾਰੇ ਪਰਸਨਸ ਪੈਸੇ ਦੀ ਕਮੀ ਕਰਕੇ ਹੀ ਬਿਜ਼ਨਸ ਸਟਾਰਟ ਨਹੀਂ ਕਰ ਪਾਉਂਦੇ, ਫਿਰ ਉਹ ਜੌਬਸ ਵਗੈਰਾ ਤੇ ਹੀ ਚਲੇ ਜਾਂਦੇ ਨੇ, ਮੀਨਸ ਆਪਣੀ ਸਕਿੱਲਸ ਨੂੰ ਖਤਮ ਕਰ ਲੈਂਦੇ ਹੈ। ਪ੍ਰੋਸੀਜਨਲ ਮਤਲਬ ਗਵਰਨਮੈਂਟ ਕਈ ਵਾਰ ਆਫਰਸ ਕਰਦੀ ਹੈ, ਕਈ ਵਾਰ ਗਵਰਨਮੈਂਟ ਇੰਡਸਟਰੀ ਲਈ ਕੋਈ ਫੈਸਿਲਿਟੀਜ਼, ਕਈ ਵਾਰ ਇੰਡਸਟਰੀ ਦੇ ਉੱਪਰ ਬੈਨ ਲਗਾ ਦੇਣਾ, ਇਦਾਂ ਦੀਆਂ ਕੁਝ ਕੰਡੀਸ਼ਨਸ ਵੀ ਆ ਜਾਂਦੀਆਂ ਹੈਗੀਆਂ ਨੇ ਗਵਰਨਮੈਂਟ ਦੇ ਕਾਰਨ ਕਰਕੇ, ਜਿਸ ਕਰਕੇ ਕੁਝ ਕੰਪਨੀਜ਼ ਜਾਂ ਫਿਰ ਕੋਈ ਇੰਟਰਪ੍ਰੀਨਿਓਰ ਜੋ ਹੈ ਫੇਲ ਹੋ ਜਾਂਦੇ ਹੈਗੇ। ਕਮਿਊਨੀਕੇਸ਼ਨ, ਗੱਲਬਾਤ ਕਰਨ ਦਾ ਤਰੀਕਾ ਵੀ ਇੰਟਰਪ੍ਰੀਨਿਓਰਸ਼ਿਪ ਦੇ ਵਿੱਚ ਬਹੁਤ ਮੇਨ ਰੋਲ ਅਦਾ ਕਰਦਾ ਹੈ। ਜੋ ਬੈਸਟ ਇੰਟਰਪ੍ਰੀਨਿਓਰ ਹੋਊਗਾ ਉਹਦੀ ਤਾਂ ਲੈਂਗੁਏਜ ਬੈਸਟ ਹੋਊਗੀ, ਲੇਕਿਨ ਅੱਗੋਂ ਕਿਦਾਂ ਦੇ ਪਰਸਨ ਮਿਲ ਰਹੇ ਨੇ, ਕਈ ਵਾਰ ਹੁਣ ਪਰਸਨ ਕੋਈ ਤਾਮਿਲਨਾਡੂ ਵਾਲਾ ਇੱਥੇ ਆ ਜਾਵੇ, ਅਸੀਂ ਉਹਨੂੰ ਸਮਝ ਹੀ ਨਹੀਂ ਸਕੀ ਉਹ ਬਿਜ਼ਨਸ ਇੱਥੇ ਲਗਾਉਣਾ ਚਾਹੁੰਦਾ, ਆਪਾਂ ਪਤਾ ਨਹੀਂ ਲਗਾਉਣ ਦਿੰਦੇ ਉਹਨੂੰ ਬਿਜ਼ਨਸ ਨੂੰ, ਕਹਿਣਾ ਵੀ ਚੱਲ ਤੂੰ ਉੱਥੇ ਹੀ ਚੱਲੇ ਨਾ, ਫਿਰ ਉਹ ਗੜਬੜ ਹੋ ਜਾਂਦੀ ਹੈ। ਇਨਫੋਰਮੇਸ਼ਨ ਟੈਕਨੋਲੋਜੀ ਐਂਡ ਕਮਿਊਨੀਕੇਸ਼ਨ, ਆਈਟੀ ਸੈਕਟਰ ਵੀ ਹਮੇਸ਼ਾ ਇਫੈਕਟ ਕਰਦਾ ਹੈ। ਕਈ ਵਾਰ ਆਈਟੀ ਸੈਕਟਰ ਵੀ ਸਾਡੀ ਟੈਕਨੋਲੋਜੀ ਹੁੰਦੀ ਜਾਂ ਸਾਡੀ ਸਕਿੱਲਸ ਹੁੰਦੀਆਂ ਉਹਨੂੰ ਸਮਝ ਹੀ ਨਹੀਂ ਪਾਉਂਦਾ, ਅਸੀਂ ਕੁਝ ਅਲੱਗ ਤੋਂ ਕਰਕੇ ਦਿਖਾਉਣ ਦੀ ਕੋਸ਼ਿਸ਼ ਵੀ ਕਰਦੇ ਹਾਂ, ਲੇਕਿਨ ਉਹ ਡਿਪਾਰਟਮੈਂਟ ਮਨਜ਼ੂਰ ਹੀ ਨਹੀਂ ਕਰਦਾ। ਕੋਈ ਵੀ ਇਦਾਂ ਦੀ ਐਗਜ਼ਾਮਪਲ ਨੂੰ ਲੈ ਲਈ, ਜਿਵੇਂ ਕਰੋਨਾ ਦੀ ਵੈਕਸੀਨ ਬਣੀ, ਰਾਮਦੇਵ ਨੇ ਬਣਾਈ, ਉਹ ਮੈਡੀਕਲ ਡਿਪਾਰਟਮੈਂਟ ਨੇ ਮੰਨੀ ਨਹੀਂ, ਉਹ ਕਹਿੰਦਾ ਨਹੀਂ ਖਬਰ ਕਿਵੇਂ ਬਣਾਈ ਹੋਗੀ, ਤਾਂ ਮਤਲਬ ਇਹ ਚੀਜ਼ਾਂ ਇਫੈਕਟ ਹੋ ਜਾਂਦੀਆਂ ਨੇ, ਜਦ ਕਿ ਉੱਥੇ ਇੰਟਰਪ੍ਰੀਨਿਓਰਸ਼ਿਪ ਵੀ ਤਾਂ ਕੰਮ ਹੀ ਹੋ ਗਿਆ ਸੀ ਨਾ, ਕਿ ਕਿਸੇ ਨੇ ਬਣਾਈ ਨਹੀਂ ਉਹਨੇ ਬਣਾਤੀ, ਉਹ ਕਹਿੰਦਾ ਸਾਡਾ ਰਿਜ਼ਲਟ ਵੀ ਬੈਟਰ ਨੇ, ਲੇਕਿਨ ਕਿਸੇ ਨੇ ਨਹੀਂ ਮੰਨੀ, ਇਹ ਚੀਜ਼ਾਂ ਵੀ ਕਈ ਵਾਰ ਇਫੈਕਟ ਹੋ ਜਾਂਦੀਆਂ ਨੇ। ਨਾਲੇ ਤਾਂ ਬਾਜੂ ਕਹਿੰਦੇ ਬੁਖਾਰ ਦੀ ਬਣਾਈ ਰੈਪਿਡ ਚੇਂਜਸ ਮੀਨਸ ਆਈਟੀ ਸੈਕਟਰ ਦੇ ਵਿੱਚ ਲਗਾਤਾਰ ਜਿਵੇਂ ਚੇਂਜਸ ਹੁੰਦੇ ਚਲੇ, ਅੱਜ ਕੋਈ ਚੀਜ਼ ਬਣੀ ਹੈ ਜ਼ਰੂਰ ਲਗਾਤਾਰ ਉਹ ਤਾਂ ਚੱਲਦੀ ਨਹੀਂ ਹੈ, ਐਜ਼ ਪਰ ਲੋਕਾਂ ਦੀ ਡਿਮਾਂਡ ਜਾਂ ਟੇਸਟ ਦੇ ਅਕੋਰਡਿੰਗ ਕੁਝ ਨਾ ਕੁਝ ਚੇਂਜਸ ਆਉਂਦੇ ਚਲੇ ਜਾਂਦੇ ਨੇ, ਤਾਂ ਇੰਟਰਪ੍ਰੀਨਿਓਰਸ਼ਿਪ ਉੱਥੇ ਵੀ ਇਫੈਕਟ ਹੋ ਜਾਂਦੀ ਹੈ। ਲਾਰਜ ਸਾਈਜ਼ ਇੰਟਰਪ੍ਰੀਨਿਓਰਸ਼ਿਪ, ਕਈ ਵਾਰ ਲਾਰਜ ਸਾਈਜ਼ ਅਸੀਂ ਕਈ ਸਟਾਰਟਿੰਗ 'ਚ ਹੀ ਲਾਰਜ ਬਿਜ਼ਨਸ ਹੋ ਜਾਵੇ, ਇਹ ਨਹੀਂ ਹੋ ਪਾਉਂਦਾ। ਕੋਈ ਬੰਦਾ ਛੋਟੇ ਜਿਹੇ ਪੈਸੇ ਨਾਲ ਬਿਜ਼ਨਸ ਸਟਾਰਟ ਕਰਨਾ ਚਾਹੁੰਦਾ ਹੁੰਦਾ ਹੈ, ਜ਼ਰੂਰੀ ਨਹੀਂ ਹੈ ਵੀ ਲਾਰਜ ਬਿਜ਼ਨਸ ਹੀ ਉਹਨੂੰ, ਕਈ ਵਾਰ ਲਾਰਜ ਬਿਜ਼ਨਸ ਅਫੈਕਟ ਵੀ ਕਰ ਦਿੰਦੇ ਨੇ, ਉਹਨਾਂ ਨੂੰ ਲੱਗਦਾ ਵੀ ਜਿਹੜਾ ਛੋਟਾ ਪਰਸਨ ਆਇਆ ਉਹਦੀ ਟੈਕਨੋਲੋਜੀ ਜ਼ਿਆਦਾ ਹੈ, ਨਿਊ ਸਕਿੱਲ ਨਾਲ ਬਿਜ਼ਨਸ ਆਇਆ ਵੀ ਇਹਨੂੰ ਦਬਾਉਣ ਦੀ ਕੋਸ਼ਿਸ਼ ਕਰੀ ਜਾਵੇ, ਤਾਂ ਉਹ ਬਿਜ਼ਨਸ ਕਈ ਵਾਰ ਬੰਦ ਵੀ ਕਰਵਾ ਦਿੰਦੇ ਨੇ, ਇੱਦਾਂ ਦੇ ਕੁਝ ਪਰਸਨਸ ਵੀ ਨਿਕਲ ਜਾਂਦੇ ਨੇ। ਰਿਸਰਚ ਐਂਡ ਡਿਵੈਲਪਮੈਂਟ ਟੈਕਨੋਲੋਜੀ, ਇਹ ਵੀ ਹਮੇਸ਼ਾ ਇਫੈਕਟ ਕਰਦੀ ਹੈ, ਕਿਉਂਕਿ ਇਸ ਟੈਕਨੋਲੋਜੀ ਦੇ ਵਿੱਚ ਪੈਸਾ ਬਹੁਤ ਜ਼ਿਆਦਾ ਲੱਗਦਾ ਹੈਗਾ। ਆਰਡੀ ਡਿਪਾਰਟਮੈਂਟ ਦੇ ਤੁਸੀਂ ਲਗਾਉਣਾ ਤਾਂ ਪੈਸਾ ਕਾਫੀ ਜ਼ਿਆਦਾ ਲੱਗਦਾ, ਕਈ ਪੈਸਾ ਨਾ ਕਮੀ ਹੋਣ ਕਰਕੇ ਤਾਂ ਇੰਟਰਪ੍ਰੀਨਿਓਰਸ਼ਿਪ ਫੇਲ ਹੋ ਜਾਂਦੀ ਹੈ। ਸਟੇਕ ਹੋਲਡਰਸ ਹੁੰਦੇ ਜਿਨ੍ਹਾਂ ਨੇ ਪੈਸਾ ਕੰਪਨੀਜ਼ ਦੇ ਵਿੱਚ ਲਗਾਉਣਾ ਹੁੰਦਾ, ਚਾਹੇ ਉਹ ਸ਼ੇਅਰ ਹੋਲਡਰਸ ਹੋਣ, ਚਾਹੇ ਉਹ ਕ੍ਰੈਡੀਟਰਸ ਹੋਣ, ਚਾਹੇ ਉਹ ਲੋਨ ਹੋਲਡਰਸ ਹੋਣ, ਜਿਨ੍ਹਾਂ ਨੇ ਵੀ ਕੰਪਨੀ 'ਚ ਪੈਸਾ ਲਗਾਇਆ ਹੈ, ਇਹ ਵੀ ਹਮੇਸ਼ਾ ਇਫੈਕਟ ਕਰਦੇ ਨੇ ਇੰਟਰਪ੍ਰੀਨਿਓਰ ਕੋਈ ਬੰਦਾ ਆ ਗਿਆ, ਪੈਸੇ ਹੈ ਨਹੀਂ, ਉਹਨੇ ਸਕਿੱਲ ਨਾਲ ਬਿਜ਼ਨਸ ਸਟਾਰਟ ਕਰਨਾ ਹੈ, ਤੁਸੀਂ ਮਿਲ ਕੇ ਬਿਜ਼ਨਸ ਸਟਾਰਟ ਕਰਵਾ ਦਿਓ, ਕੱਲ ਨੂੰ ਅਗਲੇ ਦਿਨ ਕਰੀ ਚਲੋ ਪੈਸਾ ਵਾਪਿਸ ਕਰੋ, ਤਾਂ ਉਸ ਟਾਈਮ ਤੇ ਵੀ ਗੜਬੜ ਹੋ ਜਾਂਦੀ, ਇੰਟਰਪ੍ਰੀਨਿਓਰਸ਼ਿਪ ਫੇਲ ਹੋ ਜਾਂਦੀ ਹੈ। ਗਲੋਬਲਾਈਜੇਸ਼ਨ ਮੀਨਸ ਆਲ ਓਵਰ ਵਰਲਡ ਦੇ ਵਿੱਚ ਜਦੋਂ ਕੰਮ ਕਰਦੇ ਹੋ, ਹਰੇਕ ਬੰਦੇ ਦੇ ਆਪਣੇ ਆਪਣੇ ਟੇਸਟ, ਹਰੇਕ ਬੰਦੇ ਦੀ ਆਪਣੀ ਆਪਣੀ ਸੋਚ ਹੈ, ਆਲ ਓਵਰ ਵਰਲਡ ਦੇ ਵਿੱਚ ਜੋ ਤੁਸੀਂ ਚੀਜ਼ ਬਣਾ ਰਹੇ ਹੋ ਸਾਰੇ ਲੋਕਾਂ ਨੂੰ ਪ੍ਰੈਫਰ ਕਰਨਗੇ, ਜ਼ਰੂਰੀ ਨਹੀਂ ਹੈ, ਹੋ ਸਕਦਾ ਹੈ ਬੈਸਟ ਵੀ ਹੋਵੇ ਤਾਂ ਇੰਟਰਪ੍ਰੀਨਿਓਰਸ਼ਿਪ ਫਾਇਦੇਮੰਦ ਵੀ ਚੱਲ ਸਕਦਾ ਹੈ, ਇੰਟਰਪ੍ਰੀਨਿਓਰਸ਼ਿਪ ਡਾਊਨ ਵੀ ਹੋ ਸਕਦੀ ਹੈ, ਉਹ ਗਲੋਬਲਾਈਜੇਸ਼ਨ ਦੇ ਇਫੈਕਟ ਦੇ ਉੱਪਰ ਹੀ ਹੋਏਗਾ। ਇਹ ਸੀਗਾ ਤੁਹਾਡਾ ਇੰਟਰਪ੍ਰੀਨਿਓਰਸ਼ਿਪ ਦਾ ਫਸਟ ਟੌਪਿਕ। ਕੱਲ ਤੋਂ ਆਪਣੀ ਬੁੱਕ